ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪਰਸੋਂ ਦੀ ਰਾਤ ਨੂੰ ਜਿਸ ਤਰੀਕੇ ਦੇ ਨਾਲ ਬਹੁਤ ਤੇਜ਼ ਹਨੇਰੀ ਝੱਖੜ ਝੁੱਲਾ ਆਇਆ, ਉਹਦੇ ਕਰਕੇ ਪੰਜਾਬ ਦੇ ਕਿਸਾਨਾਂ ਦਾ ਬੜੇ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ, ਕਿਉਂਕਿ ਮੀਂਹ ਬਹੁਤ ਪਿਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤੇ ਹਨੇਰੀ ਬਹੁਤ ਆਈ, ਜਿਹਦੇ ਕਰਕੇ ਖੰਭੇ ਡਿੱਗ ਪਏ, ਦਰਖਤ ਡਿੱਗ ਪਏ, ਕਈ ਥਾਵਾਂ ਦੇ ਉੱਤੇ ਕੰਧਾਂ ਡਿੱਗਣ ਦੀ ਵੀ ਖਬਰ ਮਿਲੀ ਹੈ। ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਫਿਰ ਹੈਗੀ ਆ। ਇਹ ਵੀ ਗੱਲ ਕਹੀ ਗਈ ਹੈ ਕਿ ਤੇਜ਼ ਹਵਾ ਵੀ ਚੱਲ ਸਕਦੀ ਹੈ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ। ਯਾਨੀ ਕਿ ਕਿਸਾਨਾਂ ਦੇ ਵੱਲੋਂ ਹੁਣ ਇਹ ਬੇਨਤੀ ਕੀਤੀ ਗਈ ਹੈ ਸਰਕਾਰ ਦੇ ਮੂਹਰੇ ਕਿ ਸਾਡੀਆਂ ਫਸਲਾਂ ਦੀ ਗਿਰਦੌਰੀ ਕੀਤੀ ਜਾਵੇ, ਕਿਉਂਕਿ ਸਾਡਾ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋ ਗਿਆ, ਕਿਉਂਕਿ ਚਾਦਰ ਦੇ ਵਾਂਗੂ ਫਸਲ ਸਾਡੀ ਵਿਛ ਗਈ ਆ। ਕਣਕਾਂ ਪੱਕਣ ਦੇ ਉੱਤੇ ਆਈਆਂ ਹੋਈਆਂ ਜਾਂ ਕਣਕਾਂ ਇਸ ਵਕਤ ਪੱਕ ਹੀ ਚੁੱਕੀਆਂ, ਕਈ ਥਾਵਾਂ 'ਤੇ ਵਾਢੀ ਸ਼ੁਰੂ ਹੋ ਗਈ ਹੈ, ਕਈ ਥਾਵਾਂ ਦੇ ਉੱਤੇ 4 ਦਿਨ ਠਹਿਰ ਕੇ ਹੋ ਜਾਣੀ ਆ। ਪਰ ਕਿਉਂਕਿ ਹੁਣ ਕਣਕ ਸਿੱਲੀ ਹੋ ਗਈ ਹੈ, ਕਿਉਂਕਿ ਹੁਣ ਗਿੱਲੀ ਹੋ ਗਈ ਹੈ, ਇਹਦੇ ਕਰਕੇ ਮੁਸ਼ਕਲ ਦੀ ਘੜੀ ਜਿਹੜੀ ਉਹ ਵੱਧ ਗਈ ਹੈ। ਉਸ ਤੋਂ ਅਗਲੀ ਗੱਲ ਇਹ ਆ ਵੀ 30 ਤੋਂ ਲੈ ਕੇ 40% ਤੱਕ ਸਾਡਾ ਨੁਕਸਾਨ ਹੋਇਆ, ਕਿਸਾਨਾਂ ਨੇ ਕਿਹਾ, ਝਾੜ ਦੇ ਮਾਮਲੇ ਦੇ ਵਿੱਚ। ਤੇ ਸਰਕਾਰ ਸਾਨੂੰ ਢੁਕਵਾਂ ਮੁਆਵਜ਼ਾ ਦੇਵੇ। ਸਰਕਾਰ ਨੇ ਕੀ ਦੇਣਾ ਕੀ ਨਹੀਂ ਦੇਣਾ ਇਹਦੇ ਬਾਬਤ ਆਪਾਂ ਇੱਥੇ ਬੈਠ ਕੇ ਕੁਝ ਕਹਿ ਨਹੀਂ ਸਕਦੇ, ਕਿਉਂਕਿ ਸਰਕਾਰਾਂ ਦਿੰਦੀਆਂ ਕਿੰਨਾ ਕੁਝ ਆ ਤੇ ਦਿੰਦੀਆਂ ਕਿੰਨੇ ਚਿਰ ਬਾਅਦ ਆ, ਇਹਦੇ ਬਾਬਤ ਕਿਸੇ ਕੋਲੋਂ ਕੋਈ ਵੀ ਗੱਲ ਲੁਕੀ ਛੁਪੀ ਨਹੀਂ ਆ। ਪਰ ਜੇਕਰ ਮੀਂਹ ਫੇਰ ਆਉਂਦਾ, ਜੇਕਰ ਹਨੇਰੀ ਫੇਰ ਆਉਂਦੀ ਹੈ, ਨੁਕਸਾਨ ਦੁੱਗਣਾ ਤਿੱਗਣਾ ਹੋਣ ਦੀ ਸੰਭਾਵਨਾ। ਅਸੀਂ ਕਾਮਨਾ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਭਾਈ ਸਭ ਕੁਝ ਠੀਕ ਰਹੇ, ਮੌਸਮ ਬਿਲਕੁਲ ਸਾਫ਼ ਰਹੇ। ਸੋ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਕਰੋਨਾ ਮਹਾਮਾਰੀ ਨਾਲ ਸੰਬੰਧਿਤ। ਪੰਜਾਬ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਈ ਜਾਂਦਾ, ਪਰ ਵੱਖ-ਵੱਖ ਰਾਜਨੀਤਿਕ ਆਗੂ ਆ ਜਿਹੜੇ ਉਹ ਭਾਰਤ ਦੇ ਵਿੱਚ ਕਰੋਨਾ ਦਾ ਜਿਹੜਾ ਕੇਸ ਆ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਕਰੋਨਾ ਦੇ ਮਾਮਲੇ ਆ, ਉਹਦੇ ਪਿੱਛੇ ਕਿਸਾਨ ਅੰਦੋਲਨ ਨੂੰ ਜ਼ਿੰਮੇਵਾਰ ਕਹਿਣ ਲੱਗ ਪਏ ਆ। ਜਿਵੇਂ ਪਿਛਲੇ ਸਾਲ ਤਬਲੀਗੀ ਜਮਾਤ ਦੀ ਗੱਲ ਚੱਲੀ ਸੀ ਵੀ ਤਬਲੀਗੀਆਂ ਦੇ ਕਰਕੇ ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਵਧੀ ਹੈ। ਮੈਨੂੰ ਕਦੇ-ਕਦੇ ਇਉਂ ਲੱਗਦਾ ਵੀ ਹੁਣ ਕਿਸਾਨਾਂ ਦਾ ਨਾਂ ਉਵੇਂ ਬਦਨਾਮ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਜਾਊਗਾ। ਕਿਸਾਨ ਬੈਠੇ ਬਾਰਡਰਾਂ ਦੇ ਉੱਤੇ, ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਕੋਈ ਕਰੋਨਾ ਨਹੀਂ ਹੋਇਆ, ਤੇ ਇਹ ਇੱਕ ਚੰਗੀ ਗੱਲ ਆ, ਕੋਈ ਕਰੋਨਾ ਹੋਇਆ ਵੀ ਨਹੀਂ। ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨੂੰ ਹੋਇਆ, ਉਹ ਕੁਝ ਦਿਨਾਂ ਬਾਅਦ ਤੰਦਰੁਸਤ ਹੋ ਕੇ ਫਿਰ ਟਿੱਕਰੀ ਬਾਰਡਰ ਦੇ ਉੱਤੇ ਪਹੁੰਚ ਗਏ ਆ। ਪਰ ਮਹਾਰਾਸ਼ਟਰ, ਜਿੱਥੇ ਕਿ ਕਰੋਨਾ ਦੇ ਕੇਸ ਸਭ ਤੋਂ ਵੱਧ ਆ ਭਾਰਤ ਦੇ ਵਿੱਚ, ਕਿਸਾਨ ਪੰਜਾਬ ਦੇ ਉੱਥੇ ਤਾਂ ਗਏ ਨਹੀਂ। ਤੇ ਮਹਾਰਾਸ਼ਟਰ ਤੋਂ ਇਲਾਵਾ ਜੇ ਅਸੀਂ ਗੱਲ ਕਰਦੇ ਆ ਪੱਛਮੀ ਬੰਗਾਲ ਦੀ, ਪੱਛਮੀ ਬੰਗਾਲ ਦੇ ਵਿੱਚ ਕਿਸਾਨ ਗਏ ਆ, ਉੱਥੇ ਤਾਂ ਕਰੋਨਾ ਹੋਇਆ ਨਹੀਂ। ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਚੋਣ ਪ੍ਰਚਾਰ ਦੇ ਮੌਕੇ ਗਏ ਆ ਕਿਸਾਨ, ਪਰ ਉੱਥੇ ਕਰੋਨਾ ਦੀਆਂ ਖਬਰਾਂ ਪ੍ਰਾਪਤ ਨਹੀਂ ਹੋਈਆਂ। ਪਰ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਜਿਹੜਾ ਉਹ ਸ਼ੁਰੂ ਹੋਇਆ, ਪੰਜਾਬ ਦੇ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਆ, ਜਿਹਦੇ ਕਰਕੇ ਕਰੋਨਾ ਮਹਾਮਾਰੀ ਦੇ ਵਿੱਚ ਵਾਧਾ ਹੋ ਰਿਹਾ। ਉਸ ਤੋਂ ਅਗਲੀ ਗੱਲ ਇਹ ਹੈ ਵੀ ਇੱਕ ਪਾਸੇ ਖੱਟੜ ਸਾਹਿਬ ਇਹ ਗੱਲ ਆਖੀ ਜਾਂਦੇ ਜੀ ਕਿ ਅਸੀਂ ਕਿਸਾਨਾਂ ਦੇ ਪ੍ਰਤੀ ਕੋਈ ਸਖਤੀ ਨਹੀਂ ਵਰਤ ਰਹੇ, ਅਸੀਂ ਬੇਹੱਦ ਨਰਮੀ ਵਰਤ ਰਹੇ ਹਾਂ। ਇਸ ਨਰਮੀ ਦੇ ਕਰਕੇ ਜਿਹੜੇ ਕਿਸਾਨ ਆ ਉਹ ਸਾਨੂੰ ਕੁਝ ਵੀ ਕਹਿ ਲੈਂਦੇ ਆ, ਅਸੀਂ ਬਰਦਾਸ਼ਤ ਕਰ ਲੈਂਦੇ ਆ। ਉਹਨਾਂ ਨੇ ਲੰਘੇ ਕੱਲ੍ਹ ਇੱਕ ਬਿਆਨ ਦਿੱਤਾ ਸੀ, ਉਹ ਕਹਿੰਦੇ ਜੀ ਜੇਕਰ ਅਸੀਂ ਸਖਤੀ ਵਰਤਣ ਦੇ ਉੱਤੇ ਆਏ ਫਿਰ ਸਖਤੀ ਵੀ ਵਰਤ ਸਕਦੇ ਹਾਂ, ਪਰ ਕਿਉਂਕਿ ਸਾਡੇ ਆਪਣੇ ਹੀ ਅੰਦੋਲਨਕਾਰੀ, ਇਸ ਕਰਕੇ ਅਸੀਂ ਇਹਨਾਂ ਨੂੰ ਕੁਝ ਕਹਿ ਨਹੀਂ ਰਹੇ। ਪਰ ਇੱਕ ਪਾਸੇ ਉਹਨਾਂ ਨੇ ਆਹ ਗੱਲ ਕਹੀ, ਦੂਜੇ ਪਾਸੇ ਸਿਰਸਾ ਖੇਤਰ ਦੇ ਵਿੱਚ ਕਿਸਾਨ ਗਏ ਸੀ ਗੋਪਾਲ ਕਾਂਡਾ ਦਾ ਵਿਰੋਧ ਕਰਨ ਦੇ ਲਈ। ਪੁਲਿਸ ਨੇ ਉੱਥੇ ਬੈਰੀਕੇਡ ਲਾਏ, ਕਿਸਾਨਾਂ ਨੇ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਵੱਲੋਂ ਪਾਣੀ ਦੀਆਂ ਵਾਛੜਾਂ ਮਾਰੀਆਂ ਗਈਆਂ ਕਿਸਾਨਾਂ ਦੇ ਉੱਤੇ। ਤੇ ਹਾਲੇ ਇਹ ਗੱਲ ਕਹੀ ਜਾ ਰਹੀ ਆ ਹਰਿਆਣੇ ਦੀ ਸਰਕਾਰ ਦੇ ਵੱਲੋਂ ਕਿ ਕਿਸਾਨਾਂ ਦੇ ਪ੍ਰਤੀ ਉਹ ਨਰਮਾਈ ਬਹੁਤ ਰੱਖਦੇ ਆ। ਸੋ ਅੱਕੇ ਹੋਏ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਹਰਿਆਣੇ ਦੇ ਵਿੱਚ ਵੀ ਜਿੰਨਾ ਸਾਡੇ ਉੱਤੇ ਜ਼ੁਲਮ ਢਾਓਗੇ, ਜਿੰਨਾ ਸਾਨੂੰ ਰੋਕਣ ਦੀ ਕੋਸ਼ਿਸ਼ ਕਰੋਗੇ, ਜਿੰਨਾ ਸਾਨੂੰ ਦਬਾਉਣ ਦੀ ਇੱਛਾ ਜ਼ਾਹਰ ਕਰੋਗੇ, ਅਸੀਂ ਓਨੇ ਹੀ ਅਗਰੈਸਿਵ ਰੂਪ ਦੇ ਵਿੱਚ, ਅਸੀਂ ਓਨੇ ਹੀ ਤੱਤੇ ਰੂਪ ਦੇ ਵਿੱਚ ਵੱਖ-ਵੱਖ ਨੇਤਾਵਾਂ ਦਾ ਘੇਰਾ ਪਾਵਾਂਗੇ। ਸੋ ਹਰਿਆਣੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਭਾਰੀ ਬਣੀਆਂ, ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ, ਉਹਦੇ ਬਾਬਤ ਆਪਾਂ ਜਾਣਦੇ ਹੀ ਹਾਂ। ਤੇ ਆਉਂਦੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਕਿਹੜੇ ਪਾਸੇ ਨੂੰ ਮੋੜ ਕੱਟੂਗਾ, ਇਹਦੇ ਬਾਬਤ ਆਪਾਂ ਕੁਝ ਕਹਿ ਨਹੀਂ ਸਕਦੇ। ਪਰ ਪੰਜਾਬ ਤੇ ਹਰਿਆਣੇ ਦੇ ਵਿੱਚ ਕਿਸਾਨ ਆ ਜਿਹੜੇ, ਉਹਨਾਂ ਦੇ ਵੱਲੋਂ ਬੀਜੇਪੀ ਨੂੰ ਬਹੁਤ ਵੱਡੀ ਚਿੰਤਾ ਦੇ ਵਿੱਚ ਪਾਇਆ ਹੋਇਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਭਾਰਤ ਦੇ ਸਿਹਤ ਵਿਭਾਗ ਦੇ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਕਿਹੜੀ ਗੱਲੋਂ ਇਹ ਜਾਪ ਰਿਹਾ ਕਿ ਪੰਜਾਬ ਦੇ ਕਿਸਾਨਾਂ ਕਰਕੇ ਕਰੋਨਾ ਵੱਧ ਰਿਹਾ। ਉਹਨਾਂ ਨੂੰ ਕਿਉਂ ਨਹੀਂ ਪ੍ਰਤੀਤ ਹੁੰਦਾ ਕਿ ਇਹ ਜਿਹੜੀ ਕਰੋਨਾ ਮਹਾਮਾਰੀ ਆ ਇਹ ਉਹਨਾਂ ਸੂਬਿਆਂ ਦੇ ਵਿੱਚ ਵੀ ਹੈ ਜਿੱਥੇ ਕਿਸਾਨ ਨਹੀਂ ਗਏ। ਸੋ ਉਹਨਾਂ ਦੇ ਮਨ ਦੇ ਵਿੱਚ ਕੀ ਕੁਝ ਚੱਲ ਰਿਹਾ, ਇਹ ਬਾਅਦ ਦੇ ਵਿੱਚ ਟਿੱਪਣੀ ਦੇ ਰੂਪ ਦੇ ਵਿੱਚ ਸਾਂਝਾ ਕਰਾਂਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ। ਮੰਗਲਵਾਰ ਨੂੰ ਪੰਜਾਬ ਦੇ ਵਿੱਚ ਕਰੋਨਾ ਦੇ 2900 ਤੇ 24 ਨਵੇਂ ਕੇਸ ਸਾਹਮਣੇ ਆਏ ਸਨ ਤੇ ਸੂਬੇ ਦੇ ਵਿੱਚ ਕੁੱਲ 62 ਲੋਕਾਂ ਦੀ ਮੌਤ ਹੋ ਗਈ। ਇੱਥੇ ਵੀ ਦੱਸਣਾ ਬਣਦਾ ਕਿ ਲੰਘੇ ਕੱਲ੍ਹ ਵੀ 3000 ਦੇ ਕਰੀਬ ਪੰਜਾਬ ਦੇ ਵਿੱਚ ਕੇਸ ਸਾਹਮਣੇ ਆਏ ਨੇ ਤੇ 60 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ। ਪੰਜਾਬ ਦੇ ਵਿੱਚ ਕੈਪਟਨ ਸਰਕਾਰ ਦੇ ਵੱਲੋਂ ਸਖਤੀਆਂ ਬੇਹੱਦ ਕਰ ਦਿੱਤੀਆਂ ਗਈਆਂ ਨੇ ਤੇ ਇਹ ਵੀ ਦੱਸਣਾ ਬਣਦਾ ਕਿ ਸੂਬੇ ਦੇ ਵਿੱਚ ਵੱਧ ਰਹੇ ਕਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦਾ ਬਿਆਨ ਵੀ ਸਾਹਮਣੇ ਆਇਆ। ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੋਵਿਡ ਦੇ ਕੁੱਲ ਕੇਸਾਂ 'ਚੋਂ 80% ਯੂਕੇ ਰੂਪ ਨੇ। ਇਸ ਤੋਂ ਇਲਾਵਾ ਉਹਨਾਂ ਨੇ ਦਾਅਵਾ ਕੀਤਾ ਕਿ ਤਾਜ਼ਾ ਤਬਦੀਲੀ ਵਿੱਚ ਵਾਧੇ ਪਿੱਛੇ ਕਾਰਨ ਵਿਆਹ,
ਸਥਾਨਕ ਬਾਡੀ ਚੋਣਾਂ ਤੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਹੈ। ਦੂਜੇ ਪਾਸੇ ਸਿਹਤ ਵਿਭਾਗ ਦੇ ਮੰਤਰੀ ਨੇ ਮਾਮਲਿਆਂ ਦੀ ਗੰਭੀਰਤਾ ਦਾ ਮੁਆਇਨਾ ਕਰਦਿਆਂ 11 ਸੂਬਿਆਂ ਦੇ ਸਿਹਤ ਮੰਤਰੀਆਂ ਦੇ ਨਾਲ ਆਪਣੀ ਮੁਲਾਕਾਤ ਦੌਰਾਨ ਕਰੋਨਾ ਦੀ ਸਥਿਤੀ ਬਾਬਤ ਜਾਇਜ਼ਾ ਲੈਣ ਵਾਸਤੇ ਕਿਹਾ। ਪੰਜਾਬ ਦੇ ਵਿੱਚ ਮੰਗਲਵਾਰ ਨੂੰ ਕਰੋਨਾ ਕਰਕੇ 62 ਲੋਕਾਂ ਦੀ ਮੌਤ ਹੋਈ ਸੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਕਈ ਲੋਕਾਂ ਦੀ ਹਾਲਤ ਇਸ ਵਕਤ ਨਾਜ਼ੁਕ ਬਣੀ ਹੋਈ ਹੈ। ਪਿਛਲੇ ਸਾਲ ਲਾਗੂ ਕੀਤੇ ਗਏ 3 ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਵਿੱਚ ਕਿਸਾਨਾਂ ਦਾ ਵਿਰੋਧ ਵੇਖਣ ਨੂੰ ਮਿਲ ਰਿਹਾ। ਕਿਸਾਨ ਪਿਛਲੇ ਕਈ ਮਹੀਨੇ ਤੋਂ ਦਿੱਲੀ ਦੇ ਵਿੱਚ ਵੱਖ-ਵੱਖ ਸਰਹੱਦਾਂ ਦੇ ਉੱਤੇ ਖੇਤੀਬਾੜੀ ਕਾਨੂੰਨ ਹਟਾਉਣ ਦੀ ਮੰਗ ਕਰ ਰਹੇ ਨੇ। ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰੀ ਨੇ ਛੱਤੀਸਗੜ੍ਹ ਦੇ ਵਿੱਚ ਕਰੋਨਾ ਸਥਿਤੀ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਹੈ ਤੇ ਇਸ ਨੂੰ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ 10 ਗੁਣਾ ਵਾਧੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਦੱਸਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਸਿਹਤ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਵਾਧੇ ਦਾ ਕਾਰਨ ਕਿਸਾਨ ਅੰਦੋਲਨ ਵੀ ਹੈ, ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਵੀ ਹੈ ਤੇ ਸਥਾਨਕ ਸਰਕਾਰਾਂ ਚੋਣਾਂ ਵੀ ਹੈ। ਇਹਦੇ ਉੱਤੇ ਹੈਰਾਨੀ ਰਹਿ ਕੇ ਹੁੰਦੀ ਹੈ। ਉਹ ਇਹ ਗੱਲ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜੇ ਕੇਸ ਪਾਏ ਜਾ ਰਹੇ ਕਰੋਨਾ ਦੇ, ਉਹਨਾਂ ਦੇ ਵਿੱਚੋਂ 80% ਦੇ ਵਿੱਚ ਯੂਕੇ ਵਾਲੇ ਕਰੋਨਾ ਦੇ ਜਿਹੜੇ ਆ ਉਹ ਅੰਸ਼ ਮਿਲ ਰਹੇ ਆ। ਇਹ ਯੂਕੇ ਦੇ ਕਰੋਨਾ ਦੇ ਨਾਲ ਮਿਲਦਾ ਜੁਲਦਾ ਹੈਗਾ। ਇਹ ਉਹਦਾ ਜਿਹੜਾ ਸਟ੍ਰੇਨ ਆ ਉਹ ਭਾਰਤ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਪਹੁੰਚ ਚੁੱਕਿਆ। ਪਰ ਸਵਾਲ ਮਨ ਦੇ ਵਿੱਚ ਇਹ ਪੈਦਾ ਹੁੰਦਾ ਹੈ ਵੀ ਇਸ ਤੋਂ ਪਹਿਲਾਂ ਇਹ ਗੱਲ ਕਹੀ ਗਈ ਸੀ ਕੇਂਦਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਚਿੱਠੀ ਲਿਖ ਕੇ ਕਿ ਪੰਜਾਬ ਦੇ ਕਿਸਾਨ ਪ੍ਰਵਾਸੀ ਮਜ਼ਦੂਰਾਂ ਨੂੰ ਮਿਹਨਤ ਨਹੀਂ ਦਿੰਦੇਗੇ, ਇਹ ਨਸ਼ੇ ਦੇ ਆਦੀ ਕਰ ਦਿੰਦੇ ਆ, ਇਹ ਤਾਂ ਜੀ ਬੰਦੂਆ ਮਜ਼ਦੂਰ ਬਣਾ ਕੇ ਰੱਖਦੇ ਆ। ਉਧਰ ਹੁਣ ਜਦੋਂ ਪ੍ਰਵਾਸੀ ਮਜ਼ਦੂਰ ਕੇਂਦਰ ਦੀ ਸਰਕਾਰ ਨੂੰ ਪੈ ਗਏ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਉਹਨਾਂ ਨੇ ਤੇ ਇਹ ਗੱਲ ਕਹੀ ਹੈ ਵੀ ਸਾਡਾ ਤਾਂ ਕਿਸਾਨਾਂ ਦੇ ਨਾਲ ਭਾਈਚਾਰਕ ਸੰਬੰਧ ਬਹੁਤ ਵਧੀਆ। ਇਹ ਗੱਲ ਕਹੀ ਜੀ ਕਿਸ ਤੇ ਪੱਕੇ ਮਕਾਨ ਬਣਾ ਲਏ ਖੇਤਾਂ ਦੇ ਵਿੱਚ ਕੰਮ ਕਰਕੇ, ਉਹ ਗੱਲ ਠੁੱਸ ਹੋ ਕੇ ਰਹਿ ਗਈ ਕੇਂਦਰ ਦੀ। ਹੁਣ ਭਾਰਤ ਦੇ ਸਿਹਤ ਮੰਤਰੀ ਸਾਹਿਬ ਕਹਿੰਦੇ ਵੀ ਕਰੋਨਾ ਦਾ ਕਾਰਨ ਜਿਹੜੇ ਪੰਜਾਬ ਦੇ ਕਿਸਾਨ ਬਣੇ ਹੋਏ ਆ। ਮਤਲਬ ਇਹ ਆ ਵੀ ਜਿੰਨੇ ਵੀ ਇਸ ਵਕਤ ਭਾਰਤ ਦੇ ਵਿੱਚ ਮਸਲੇ ਆ ਉਹਦੇ ਪਿੱਛੇ ਸਾਰੇ ਦੇ ਸਾਰੇ ਪੰਜਾਬ ਦੇ ਕਿਸਾਨ ਹੀ ਜ਼ਿੰਮੇਵਾਰ ਆ। ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਹਰਿਆਣੇ ਦੇ ਕਿਸਾਨ ਜ਼ਿੰਮੇਵਾਰ ਆ, ਕਿਉਂਕਿ ਉਹ ਵੀ ਅੰਦੋਲਨ ਦਾ ਹਿੱਸਾ ਬਣੇ ਹੋਏ ਆ। ਉੱਥੇ ਤਾਂ ਕਰਕੇ ਨਹੀਂ ਕਹਿੰਦੇ ਕਿਉਂਕਿ ਹਰਿਆਣੇ ਦੇ ਵਿੱਚ ਆਪਣੀ ਪਾਰਟੀ ਦੀ ਸਰਕਾਰ ਆ। ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਯੂਪੀ ਦੇ ਵਿੱਚ ਵੀ ਕਰੋਨਾ ਤਾਂ ਫੈਲਿਆ ਕਿਉਂਕਿ ਉੱਥੇ ਵੀ ਕਿਸਾਨ ਆ, ਪਰ ਕਿਉਂਕਿ ਉੱਥੇ ਵੀ ਯੋਗੀ ਆਦਿੱਤਿਆਨਾਥ ਦੀ ਆਪਣੀ ਸਰਕਾਰ ਆ, ਭਾਜਪਾ ਦੀ ਸਰਕਾਰ ਆ, ਇਸ ਕਰਕੇ ਉਹਦਾ ਨਾਂ ਵੀ ਨਹੀਂ ਲੈਣਾ। ਸੋ ਇਸ ਕਰਕੇ ਜਿੱਥੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਤੇ ਜਿਹੜੇ ਕਿਸਾਨਾਂ ਦੇ ਉੱਤੇ ਆਪਾਂ ਲੱਗਦੇ ਆ ਉਹਨਾਂ ਦਾ ਜ਼ਿਕਰ ਵਾਰ-ਵਾਰ ਵੱਖ-ਵੱਖ ਮਾਮਲਿਆਂ ਦੇ ਵਿੱਚ ਕਰਕੇ ਤੇ ਆਪਦੇ ਆਪ ਨੂੰ ਚੰਗਾ ਤੇ ਕਿਸਾਨਾਂ ਨੂੰ ਮਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪੰਜਾਬ ਦੇ ਕਿਸਾਨ ਜੇਕਰ ਖੁਦ ਨਹੀਂ ਕਰੋਨਾ ਪੀੜਤ ਹੋ ਰਹੇ ਤਾਂ ਉਹ ਦੂਜਿਆਂ ਦੇ ਵਿੱਚ ਕਰੋਨਾ ਦਾ ਫੁਹਾਰਾ ਕਿਵੇਂ ਛੱਡ ਰਹੇ ਆ, ਉਹ ਕਿਵੇਂ ਲੋਕਾਂ ਨੂੰ ਕਰੋਨਾ ਤੋਹਫੇ ਦੇ ਵਿੱਚ ਵੰਡ ਰਹੇ ਆ, ਸਵਾਲ ਤਾਂ ਇਹ ਵੀ ਪੈਦਾ ਹੋ ਰਿਹਾ। ਜਿਹੜੇ ਸੂਬਿਆਂ ਦੇ ਵਿੱਚ ਇਸ ਵਕਤ ਕਰੋਨਾ ਬਹੁਤ ਵੱਡੇ ਪੱਧਰ ਤੇ ਆ ਉਹਨਾਂ ਦੇ ਵਿੱਚੋਂ ਬਹੁਤੇ ਸੂਬਿਆਂ ਦੇ ਵਿੱਚ ਕਿਸਾਨ ਗਏ ਹੀ ਨਹੀਂ ਗੇ। ਉੱਥੋਂ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਵੀ ਨਹੀਂ ਕੀਤਾ ਗਿਆ। ਇਸ ਕਰਕੇ ਗੱਲ ਠੁੱਸ ਜੀ ਹੋ ਕੇ ਰਹਿ ਜਾਂਦੀ ਹੈ। ਸੋ ਉਸ ਤੋਂ ਅਗਲੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਤਾਂ ਬੀਜੇਪੀ ਦੇ ਨੇਤਾ ਇਸ ਵਕਤ ਖੁਦ ਇਕੱਠ ਕਰਨਾ ਚਾਹੁੰਦੇ ਆ। ਇਹ ਵੱਖਰੀ ਗੱਲ ਹੈ ਵੀ ਕਿਸਾਨ ਉਹਨਾਂ ਨੂੰ ਇਕੱਠ ਕਰ ਨਹੀਂ ਦਿੰਦੇ। ਮਤਲਬ ਇਹ ਹੈ ਵੀ ਕਰੋਨਾ ਤੁਹਾਡੇ ਚਹੇਤੇ ਵੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਇੱਕ ਹੋਰ ਗੱਲ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਲੰਘੇ ਕੱਲ੍ਹ ਕਰੋਨਾ ਮਹਾਮਾਰੀ ਦੇ ਸੰਦਰਭ ਦੇ ਵਿੱਚ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਸਕੂਲ, ਕਾਲਜ ਤੇ ਯੂਨੀਵਰਸਿਟੀਆਂ 30 ਅਪ੍ਰੈਲ ਤੱਕ ਬੰਦ ਰਹਿਣਗੀਆਂ। ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਰੈਲੀਆਂ ਨਹੀਂ ਕਰ ਸਕੂਗੀ ਤੇ ਇਹ ਗੱਲ ਕਹੀ ਗਈ ਹੈ ਵੀ 30 ਅਪ੍ਰੈਲ ਤੱਕ ਰੈਲੀਆਂ ਰੂਲੀਆਂ ਦਾ ਕੰਮ ਸਾਰਾ ਬੰਦ। ਇਹ ਗੱਲ ਕਹੀ ਗਈ ਹੈ ਵੀ ਜਿਹੜੀਆਂ ਦੁਕਾਨਾਂ ਨੇ ਉਹਦੇ ਵਿੱਚ ਵੱਧ ਤੋਂ ਵੱਧ ਇੱਕੋ ਵੇਲੇ 10 ਲੋਕ ਜਾ ਸਕਦੇ ਆ ਤੇ ਸ਼ਾਪਿੰਗ ਮਾਲਾਂ ਦੇ ਵਿੱਚ ਵੱਧ ਤੋਂ ਵੱਧ 100 ਲੋਕ ਜਾ ਸਕਦੇ ਆ। ਮਰਗ ਦੇ ਸਮਾਗਮਾਂ ਦੇ ਉੱਤੇ ਇਨਡੋਰ 50 ਬੰਦੇ ਤੇ ਆਊਟਡੋਰ ਆ ਜਿਹੜਾ ਉਹ 100 ਬੰਦਾ ਜਾ ਸਕਦਾ ਤੇ ਇਵੇਂ ਵਿਆਹ ਸਮਾਗਮ ਆ ਜਿਹੜੇ ਉਹਦੇ ਵਿੱਚ ਇਨਡੋਰ 50 ਤੇ ਆਊਟਡੋਰ 100 ਬੰਦਾ ਜਾ ਸਕਦਾ। ਸੋ ਇਹੋ ਜਿਹੀਆਂ ਕੁਝ ਹੋਰ ਹਦਾਇਤਾਂ ਵੀ ਜਾਰੀ ਕੀਤੀਆਂ। ਮਾਸਕ ਜ਼ਰੂਰ ਪਹਿਨਿਆ ਜਾਵੇ। ਸਾਰੇ ਹੀ ਸਰਕਾਰੀ ਦਫ਼ਤਰਾਂ ਦੇ ਵਿੱਚ ਕਰਮਚਾਰੀ ਆ ਜਿਹੜੇ ਮੁਲਾਜ਼ਮ ਆ ਜਿਹੜੇ ਉਹਨਾਂ ਨੂੰ ਮਾਸਕ ਪਹਿਨਣਾ ਜ਼ਰੂਰੀ ਕਰਾਰ ਦੇ ਦਿੱਤਾ ਗਿਆ। ਸੋ ਇਹ ਕੁਝ ਕਰਕੇ ਅਸੀਂ ਕਿੰਨਾ ਕੁ ਪੰਜਾਬ ਦੇ ਵਿੱਚੋਂ ਕਰੋਨਾ ਪਰੇ ਕਰ ਸਕਾਂਗੇ। ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇਸ ਵਕਤ ਰਾਤ ਦੇ ਵੇਲੇ ਕਰਫਿਊ ਲਾਗੂ ਕਰ ਦਿੱਤਾ ਗਿਆ। ਰਾਤੀ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ। ਪਹਿਲਾਂ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਇਹ ਕਰਫਿਊ ਲਾਗੂ ਕੀਤਾ ਗਿਆ ਸੀ ਰਾਤ ਦਾ। ਹੁਣ ਇਹ 22 ਜ਼ਿਲ੍ਹਿਆਂ ਦੇ ਵਿੱਚ ਹੀ ਲਾਗੂ ਕਰ ਦਿੱਤਾ ਗਿਆ। ਪਰ ਸਵਾਲ ਫਿਰ ਉੱਥੇ ਆ ਕੇ ਖੜਾ ਹੁੰਦਾ ਵੀ ਹੁਣ ਤੱਕ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਰੈਲੀਆਂ ਹੋਈਆਂ, ਅੱਜ ਕੱਲ੍ਹ ਵੀ ਰੈਲੀਆਂ ਹੋ ਰਹੀਆਂ। ਅਸੀਂ ਕਿਸੇ ਇੱਕ ਖਾਸ ਪਾਰਟੀ ਦਾ ਨਾਂ ਲੈ ਕੇ ਇਹ ਨਹੀਂ ਗੱਲ ਕਹਿੰਦੇ ਵੀ ਫਲਾਨੀ ਪਾਰਟੀ ਕਿਉਂ ਕਰਦੀ ਹੈ, ਪਰ ਗੱਲ ਇਹ ਆ ਵੀ ਜਦੋਂ ਅਸੀਂ ਆਪ ਕਰੋਨਾ ਪੋਜ਼ੀਟਿਵ ਹੋ ਜਾਂਦੇ ਹਾਂ, ਜਦੋਂ ਸਾਨੂੰ ਇਸ ਗੱਲ ਦਾ ਪਤਾ ਵੀ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਹੈ ਤੇ ਫਿਰ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਕਿਉਂ ਨਹੀਂ ਸਮਝਦੇ। ਅਸੀਂ ਮਹੀਨਾ ਠਹਿਰ ਕੇ ਰੈਲੀਆਂ ਕਰ ਲਾਂਗੇ, ਪਰ ਕਿਉਂਕਿ ਇਕੱਠ ਕਰਨੇ ਬੜੇ ਜ਼ਰੂਰੀ ਆ ਤੇ ਲੋਕ ਵੀ ਉਹੋ ਜਿਹੇ ਆ ਝੰਡੀ ਚੱਕ ਕੇ ਮਗਰ ਤੁਰ ਪੈਂਦੇ ਆ। ਇਹ ਰੈਲੀਆਂ ਭਾਵੇਂ ਕਾਂਗਰਸ ਦੀਆਂ ਹੋਣ, ਇਹ ਆਮ ਆਦਮੀ ਪਾਰਟੀ ਦੀਆਂ ਹੋਣ, ਇਹ ਲੋਕ ਇਨਸਾਫ ਪਾਰਟੀ ਦੀਆਂ ਹੋਣ, ਇਹ ਭਾਵੇਂ ਕਾਂਗਰਸ ਤੋਂ ਇਲਾਵਾ ਕਿਸੇ ਹੋਰ ਪਾਰਟੀ ਅਕਾਲੀ ਦਲ ਦੀਆਂ ਜਾਂ ਕਿਸੇ ਦੀਆਂ ਵੀ ਹੋਣ, ਇਹ ਮਾੜੀਆਂ ਇਸ ਵਕਤ ਬਿਲਕੁਲ ਗਲਤ ਵੇਲਾ ਹੈਗਾ। ਸੋ ਆਪਾਂ ਰੈਲੀਆਂ ਹੁਣ ਤੱਕ ਕਰਦੇ ਆਏ ਆ, ਰੈਲੀਆਂ ਹੀ ਆਪਾਂ ਕਰਨੀਆਂ ਭਵਿੱਖ ਦੇ ਵਿੱਚ ਤੇ ਹਾਲੇ ਮਹੀਨਾ ਠਹਿਰ ਕੇ ਜੇਕਰ ਹੋ ਜਾਣਗੀਆਂ ਤਾਂ ਲੋਕਾਂ ਦੀ ਜ਼ਿੰਦਗੀ ਬਚੀ ਰਹੂਗੀ। ਉੱਦਾਂ ਲੋਕਾਂ ਨੂੰ ਇਹ ਗੱਲ ਕਹਿੰਦੇ ਆ ਕਿ ਜੇਕਰ ਤੁਸੀਂ ਆਪਦੀ ਕਾਰ ਦੇ ਵਿੱਚ ਵੀ 2 ਜਾਣੇ ਬੈਠੇ ਆ
ਤਾਂ ਮਾਸਕ ਜ਼ਰੂਰ ਪਹਿਨ ਕੇ ਆਉਣਾ। ਹੁਣ ਤਾਂ ਹਾਈ ਕੋਰਟ ਨੇ ਵੀ ਗੱਲ ਕਹਿਤੀ ਵੀ ਜੇਕਰ ਆਪਦੀ ਕਾਰ ਦੇ ਵਿੱਚ ਇੱਕ ਜਣਾ ਵੀ ਇਕੱਲਾ ਚਾਲਕ ਵੀ ਆ ਉਹ ਵੀ ਮਾਸਕ ਪਹਿਨੇ ਤਾਂ ਫਿਰ ਰੈਲੀਆਂ ਦੇ ਵਿੱਚ ਮੰਚ ਦੇ ਉੱਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਨੇਤਾ ਬੈਠੇ ਹੁੰਦੇ, ਕਿਸੇ ਨੇ ਮਾਸਕ ਨਹੀਂ ਪਾਇਆ ਹੁੰਦਾ। ਪੰਡਾਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਹੁੰਦੇ, ਮਾਸਕ ਨਹੀਂ ਪਾਇਆ ਹੁੰਦਾ। ਜਿਹੜੀ ਪੁਲਿਸ ਦੀ ਨਿਗਰਾਨੀ ਰੱਖਣ ਦੇ ਲਈ ਡਿਊਟੀ ਲੱਗੀ ਹੈ ਕਿ ਭਾਈ ਤੁਸੀਂ ਉਹਨਾਂ ਲੋਕਾਂ ਨੂੰ ਰੋਕਣਾ, ਉਹਨਾਂ ਲੋਕਾਂ ਦੇ ਚਲਾਨ ਕੱਟਣੇ ਜਿਹੜੇ ਕਿ ਮਾਸਕ ਨਹੀਂ ਪਹਿਨਦੇ, ਉਹੀ ਪੁਲਿਸ ਇਹਨਾਂ ਰੈਲੀਆਂ ਨੂੰ ਕਰਵਾ ਰਹੀ ਹੁੰਦੀ ਆ, ਉਹਨਾਂ ਦੀ ਡਿਊਟੀ ਉੱਥੇ ਲੱਗੀ ਹੁੰਦੀ ਹੈ। ਇਹ ਸਾਰਾ ਕੁਝ ਡਰਾਮਾ ਜਿਹਾ ਚੱਲ ਰਿਹਾ ਜਿਹਦੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਬੇਭਰੋਸਗੀ ਪੈਦਾ ਹੋਈ ਹੈ। ਨਿਯਮ ਸਭ ਦੇ ਲਈ ਬਰਾਬਰ ਹੋਣੇ ਚਾਹੀਦੇ ਆ, ਮੇਰੇ ਲਈ ਵੀ, ਨੇਤਾ ਲਈ ਵੀ, ਰਿਕਸ਼ਾ ਚਾਲਕ ਦੇ ਲਈ ਵੀ, ਬਾਕੀਆਂ ਦੇ ਲਈ ਵੀ। ਪਰ ਇੱਥੇ ਭਾਰਤ ਦੇ ਵਿੱਚ ਕਿਸੇ ਲਈ ਹੋਰ ਨਿਯਮ, ਕਿਸੇ ਲਈ ਹੋਰ ਨਿਯਮ, ਜਿਹਦੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਭੰਬਲ ਭੂਸਾ ਪੈਦਾ ਹੋਇਆ। ਜਿਸ ਤਰੀਕੇ ਦੇ ਨਾਲ 3 ਪੜਾਵਾਂ ਦੀਆਂ ਚੋਣਾਂ ਪੱਛਮੀ ਬੰਗਾਲ ਦੇ ਵਿੱਚ ਹੋ ਹਟੀਆਂ ਤੇ ਚੌਥੇ ਪੜਾਅ ਦੀਆਂ ਹੋਣੀਆਂ ਤੇ ਕੁੱਲ 8 ਪੜਾਵਾਂ ਦੀਆਂ ਹੋਣੀਆਂ ਤੇ 2 ਮਈ ਨੂੰ ਨਤੀਜੇ ਆਉਣੇ ਆ। ਇਹਦੇ ਬਾਬਤ ਬਹੁਤ ਸਾਰੇ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਆ। ਕਈ ਲੋਕ ਇਹ ਗੱਲ ਕਹਿੰਦੇ ਆ ਵੀ ਬੀਜੇਪੀ ਐਤਕੀ ਬਾਜ਼ੀ ਮਾਰੂਗੀ ਪੱਛਮੀ ਬੰਗਾਲ ਦੇ ਵਿੱਚ, ਕਿਉਂਕਿ 10 ਸਾਲ ਤੋਂ ਸੱਤਾ ਦੇ ਵਿੱਚ ਆ ਮਮਤਾ ਬੈਨਰਜੀ ਦੀ ਸਰਕਾਰ, ਤ੍ਰਿਣਮੂਲ ਕਾਂਗਰਸ ਦੀ, ਤੇ 10 ਸਾਲਾਂ ਦੇ ਵਿੱਚ ਲੋਕ ਵੈਸੇ ਹੀ ਅੱਕ ਜਾਂਦੇ ਆ, ਇਸ ਕਰਕੇ ਉਹ ਬਦਲਾਅ ਚਾਹੁੰਦੇ ਹੁੰਦੇ ਆ। ਪਰ ਕਈ ਲੋਕਾਂ ਦਾ ਇਹ ਕਹਿਣਾ ਜੀ ਬਦਲਾਅ ਦੇਖ ਤਾਂ ਲਿਆ 7 ਵਰ੍ਹਿਆਂ ਦੇ ਵਿੱਚ ਲੋਕਾਂ ਨੇ ਭਾਰਤ ਦੇ ਅੰਦਰ, ਇਸ ਕਰਕੇ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦਾ ਹੀ ਫੇਰ ਸੂਤ ਲੱਗਣਾ, ਉਹਨਾਂ ਦੀ ਸਰਕਾਰ ਫੇਰ ਬਣਨੀ ਆ। ਲੋਕ ਬੀਜੇਪੀ ਨੂੰ ਬਦਲਾਅ ਦੇ ਰੂਪ ਦੇ ਵਿੱਚ ਮੌਕਾ ਨਹੀਂ ਦੇਣਾ ਚਾਹੁੰਦੇ। ਵਿਚਾਰ ਸਭ ਦੇ ਆਪੋ ਆਪਣੇ ਆ। ਕਈ ਲੋਕਾਂ ਦਾ ਇਹ ਕਹਿਣਾ ਵੀ ਬੀਜੇਪੀ ਨੇ ਧੱਕੇ ਦੇ ਨਾਲ ਚੋਣਾਂ ਜਿੱਤ ਜਾਣੀਆਂ, ਕਈਆਂ ਦਾ ਇਹ ਕਹਿਣਾ ਵੀ ਨਹੀਂ, ਇੱਦਾਂ ਨਹੀਂ ਹੋ ਸਕਦਾ ਗਾ। ਉਧਰ ਮਮਤਾ ਬੈਨਰਜੀ ਦੇ ਜਿਹੜੇ ਸਮਰਥਕ ਆ ਉਹ ਵੀ ਬੜੇ ਕਰੜੇ ਰੌਂ ਦੇ ਵਿੱਚ ਆ। ਪਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਹ ਕਹਿਣਾ ਕਿ EVM ਦਾ ਮਸਲਾ ਜਿਹੜਾ ਉਹ ਐਤਕੀ ਫੇਰ ਝਕਾਨੀ ਦੇਊਗਾ। ਜਦੋਂ ਵੀ ਲੋਕ ਸਭਾ ਦੀਆਂ ਜਾਂ ਕਿਸੇ ਵੀ ਸੂਬੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਉਦੋਂ EVM ਦਾ ਰੌਲਾ ਜ਼ਰੂਰ ਪੈਂਦਾ। ਇਹ ਜ਼ਰੂਰ ਝੰਜਟ ਪੈਦਾ ਹੁੰਦਾ ਵੀ ਕੀ ਇਹਦੇ ਉੱਤੇ ਭਰੋਸਾ ਕਰਨਾ ਚਾਹੀਦਾ ਜਾਂ ਫਿਰ ਨਹੀਂ ਕਰਨਾ ਚਾਹੀਦਾ। ਹੁਣ ਅਮਿਤ ਸ਼ਾਹ ਹੋਰੀ ਇਹ ਗੱਲ ਕਹਿੰਦੇ ਵੀ ਅਸੀਂ ਤਾਂ ਵੱਟ ਦੇ ਉੱਤੇ ਹੀ ਮੰਨਦੇ ਆਪਣੀ ਜਿੱਤ, ਪੱਛਮੀ ਬੰਗਾਲ ਦੇ ਵਿੱਚ ਸਾਡੀ ਸਰਕਾਰ ਬਣਨੀ ਆ। ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਇਹ ਗੱਲ ਕਹਿੰਦੇ ਆ ਵੀ ਭਾਈ ਸਰਕਾਰ ਤਾਂ ਬਣੀ ਪਈ ਆ, ਬਸ ਰਸਮੀ ਐਲਾਨ ਹੋਣਾ ਬਾਕੀ ਆ। ਹੁਣ ਫਿਰ ਉਸ ਤੋਂ ਬਾਅਦ ਸਵਾਲ ਮਨ ਦੇ ਵਿੱਚ ਇਹ ਪੈਦਾ ਹੁੰਦਾ ਵੀ ਇੰਨੇ ਆਤਮ ਵਿਸ਼ਵਾਸ ਦੇ ਨਾਲ ਕੋਈ ਵੀ ਕਿਵੇਂ ਕਹਿ ਸਕਦਾ ਨਤੀਜਾ ਆਉਣ ਤੋਂ ਪਹਿਲਾਂ ਕਿਤੇ ਕੋਈ ਵਿਚਲੀ ਗੱਲ ਤਾਂ ਨਹੀਂ। ਪਿਛਲੇ ਦਿਨੀ ਅਸਾਮ ਦੇ ਵਿੱਚ ਇੱਕ ਬੂਥ ਦੇ ਉੱਤੇ ਜਿਹੜੀ ਮਸ਼ੀਨ ਸੀਗੀ EVM, ਉਹਦੇ ਵਿੱਚੋਂ 171 ਵੋਟਾਂ ਨਿਕਲੀਆਂ, ਪਰ ਉੱਥੇ ਕੁੱਲ ਬੂਥ ਦੇ ਉੱਤੇ ਵੋਟਾਂ 90 ਹੈਗੀਆਂ। ਫਿਰ ਰੌਲਾ ਪੈ ਗਿਆ ਵੀ ਭਾਈ EVM ਦੇ ਉੱਤੇ ਪੂਰਾ ਯਕੀਨ ਕਰਿਆ ਕਰੀਏ ਕਿ ਨਾ ਕਰਿਆ ਕਰੀਏ। ਜੇ EVM ਅੱਜ ਗਲਤੀ ਕਰ ਸਕਦੀ ਹੈ ਤਾਂ ਇਹਦਾ ਮਤਲਬ ਪਹਿਲਾਂ ਵੀ ਗਲਤੀਆਂ ਕੀਤੀਆਂ ਹੋਣੀਆਂ। ਜੇ ਅੱਜ 5 ਅਧਿਕਾਰੀ ਮੁਅੱਤਲ ਕੀਤੇ, ਇਹਦਾ ਮਤਲਬ ਇਹ ਥੋੜ੍ਹੀ ਵੀ ਹੁਣ EVM ਸਹੀ ਹੋ ਗਈ। ਗਲਤੀ ਤਾਂ ਗਲਤੀ ਆ, ਭਾਵੇਂ ਅਧਿਕਾਰੀਆਂ ਨੇ ਕੀਤੀ ਆ ਤੇ ਭਾਵੇਂ ਮਸ਼ੀਨ ਆਪੇ ਕੋਈ ਟਪਲਾ ਖਾ ਗਈ ਹੈ। ਸੋ ਲੋਕਾਂ ਦੇ ਮਨਾਂ ਵਿੱਚ ਭੰਬਲ ਭੂਸਾ ਬਰਕਰਾਰ ਹੈ। ਬੀਜੇਪੀ ਕਿਵੇਂ ਜਿੱਤੂਗੀ ਇਹਦੇ ਬਾਬਤ ਲੋਕਾਂ ਦੇ ਆਪੋ ਆਪਣੇ ਵਿਚਾਰ ਆ। ਕੀ ਬੀਜੇਪੀ ਜਿੱਤੂਗੀ ਇਹਦੇ ਬਾਬਤ ਵੀ ਲੋਕਾਂ ਦੇ ਆਪਣੇ ਵਿਚਾਰ ਆ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਅਮਿਤ ਸ਼ਾਹ ਹੋਰੀ ਕੀ ਕਹਿੰਦੇ ਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਵਿੱਚ ਰਾਜਨੀਤਿਕ ਲੜਾਈ ਦੇ 3 ਦੌਰ ਪੂਰੇ ਹੋ ਗਏ ਨੇ। ਭਾਰਤੀ ਜਨਤਾ ਪਾਰਟੀ ਸੂਬੇ ਦੇ ਵਿੱਚ ਲਗਾਤਾਰ ਵੱਡੀਆਂ ਜਿੱਤਾਂ ਦਾ ਦਾਅਵਾ ਕਰ ਰਹੀ ਹੈ। ਇਹਦੇ ਨਾਲ ਹੀ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਭਾਜਪਾ ਦੇ ਵਿੱਚ ਜ਼ੁਬਾਨੀ ਕਲਾਮੀ ਬਹੁਤ ਵੱਡੇ ਪੱਧਰ ਤੇ ਹਮਲੇ ਹੋ ਰਹੇ ਨੇ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਦਾਅਵਾ ਕੀਤਾ ਹੈ। ਇੱਕ ਇੰਟਰਵਿਊ ਦੇ ਮੌਕੇ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਉੱਤਰ ਪ੍ਰਦੇਸ਼ ਦੇ ਨਾਲੋਂ ਵੀ ਐਤਕੀ ਪੱਛਮੀ ਬੰਗਾਲ ਦੇ ਵਿੱਚ ਵੱਡੀ ਜਿੱਤ ਮਿਲੇਗੀ। ਇਸ ਸਮੇਂ ਦੌਰਾਨ ਉਹਨਾਂ ਨੇ ਨਾਗਰਿਕਤਾ ਸੋਧ ਐਕਟ ਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਨਾਲੋਂ ਕਰੋਨਾ ਵਾਇਰਸ ਨੂੰ ਪਹਿਲ ਦੇਣ ਦੀ ਗੱਲ ਕਹੀ ਹੈ। ਭਾਰਤੀ ਜਨਤਾ ਪਾਰਟੀ ਤੇ ਖਾਸ ਕਰਕੇ ਅਮਿਤ ਸ਼ਾਹ ਪਿਛਲੇ ਸਾਲ ਤੋਂ ਬੰਗਾਲ ਦੇ ਵਿੱਚ ਬਹੁਤ ਸਰਗਰਮ ਨੇ। ਉਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਲਗਾਤਾਰ ਸੂਬੇ ਵਿੱਚ ਰੈਲੀਆਂ ਤੇ ਟੂਰ ਕਰ ਰਹੇ ਨੇ। ਸ਼ਾਹ ਨੇ ਸ਼ੁਰੂ ਦੇ ਵਿੱਚ ਬੰਗਾਲ ਦੇ ਵਿੱਚ 200 ਤੋਂ ਉੱਪਰ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਸੀ। ਟਾਈਮਜ਼ ਆਫ ਇੰਡੀਆ ਨੂੰ ਇੱਕ ਇੰਟਰਵਿਊ ਦੇ ਮੌਕੇ ਉਹਨਾਂ ਤੋਂ ਬੰਗਾਲ ਦੇ ਮਾਹੌਲ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸੂਬੇ ਦੇ ਲੋਕ ਤਬਦੀਲੀ ਵਾਸਤੇ ਤਿਆਰ ਨੇ। ਉਹਨਾਂ ਦਾਅਵਾ ਕੀਤਾ ਕਿ ਇਹ ਜਿੱਤ ਉੱਤਰ ਪ੍ਰਦੇਸ਼ ਦੇ ਨਾਲੋਂ ਵੀ ਵੱਡੀ ਸਾਬਤ ਹੋਵੇਗੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਲੇ ਤੱਕ ਅਸੀਂ ਮੁੱਖ ਮੰਤਰੀ ਦੇ ਅਹੁਦੇ ਦੇ ਲਈ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ। ਇੰਟਰਵਿਊ ਦੇ ਵਿੱਚ ਉਹਨਾਂ ਦੱਸਿਆ ਕਿ ਪਾਰਟੀ ਨੇ ਹਾਲੇ ਤੱਕ ਕੋਈ ਵੀ ਚਿਹਰਾ ਮਨ ਦੇ ਵਿੱਚ ਵੀ ਨਹੀਂ ਸੋਚਿਆ। ਖਾਸ ਗੱਲ ਇਹ ਹੈ ਕਿ ਪਿਛਲੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੂੰ ਬੰਗਾਲ ਦੇ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦੀ ਉਮੀਦ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਉਹ 2017 ਤੋਂ ਕਹਿ ਰਹੇ ਨੇ ਕਿ ਭਾਜਪਾ ਸੂਬੇ ਵਿੱਚ ਵਧੀਆ ਪ੍ਰਦਰਸ਼ਨ ਕਰੇਗੀ। 2017 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 403 ਦੇ ਵਿੱਚੋਂ 325 ਸੀਟਾਂ ਜਿੱਤੀਆਂ ਸਨ। ਇਸ ਮੌਕੇ ਦੇ ਉੱਤੇ ਅਮਿਤ ਸ਼ਾਹ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਆ ਜਿਹੜੀ ਉਹ ਲਗਾਤਾਰ ਭ੍ਰਿਸ਼ਟਾਚਾਰ ਦੇ ਵਿੱਚ ਡੁੱਬੀ ਹੋਈ ਹੈ। ਸ਼ਾਹ ਨੇ ਕਿਹਾ ਕਿ ਔਰਤਾਂ ਦੇ ਮਾਮਲੇ ਵਿੱਚ ਬੰਗਾਲ ਦੇ ਸਾਰੇ ਰਿਕਾਰਡ ਖਰਾਬ ਨੇ। ਹਿੰਸਾ ਦੇ ਵਿੱਚ ਭਾਜਪਾ ਦੇ 130 ਵਰਕਰ ਮਾਰੇ ਗਏ ਨੇ। ਗੈਰ ਕਾਨੂੰਨੀ ਘੁਸਪੈਠ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਕਿਹਾ ਇਹ ਵਿਧੀ ਜ਼ਿਲ੍ਹਾ ਪੱਧਰ ਦੇ ਉੱਤੇ ਕੰਮ ਕਰਦੀ ਹੈ। ਇਹਦੇ ਨਾਲ ਨਜਿੱਠਣ ਲਈ ਕਲੈਕਟਰ ਤੋਂ ਲੈ ਕੇ ਹੇਠਾਂ ਅਧਿਕਾਰੀ ਤੇ ਕਰਮਚਾਰੀਆਂ ਨੂੰ ਕੰਮ ਕਰਨਾ ਪਵੇਗਾ। ਪਰ ਇਸ ਵੇਲੇ ਪੱਛਮੀ ਬੰਗਾਲ ਦੇ ਵਿੱਚ ਹਰ ਪਾਸੇ ਭ੍ਰਿਸ਼ਟਾਚਾਰ ਹੈ।
ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਅਸੀਂ ਤਾਂ ਜਿੱਤੇ ਹੀ ਪਏ ਹਾਂ, ਇਹਦੇ ਕਰਕੇ ਮਨ ਦੇ ਵਿੱਚ ਕਈ ਲੋਕਾਂ ਦੇ ਕਈ ਕਿਸਮ ਦੇ ਸਵਾਲ ਪੈਦਾ ਹੁੰਦੇ ਆ। ਸਾਨੂੰ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ, 5 ਪੜਾਅ ਬਾਕੀ ਆ, ਜਿਹਨੂੰ ਵੋਟ ਪਾਉਣੀ ਆ ਆਪਣੀ ਸੋਚ ਮੁਤਾਬਕ ਜਿੰਨੀ ਸਮਝ ਆ ਉਹਦੇ ਮੁਤਾਬਕ ਪਾ ਹੀ ਦੇਣੀ ਆ। ਪਰ ਅਮਿਤ ਸ਼ਾਹ ਹੋਰਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਜਦੋਂ ਦੂਜੇ ਪੜਾਅ ਦੀਆਂ ਵੋਟਾਂ ਪਈਆਂ, ਉਹ ਕਹਿੰਦੇ ਜੀ 30 ਸੀਟਾਂ ਦੇ ਲਈ ਅੱਜ ਵੋਟਾਂ ਪਾਈਆਂ, ਇਹਦੇ ਚੋਂ 26 ਸੀਟਾਂ ਅਸੀਂ ਜਿੱਤ ਲੈਣੀਆਂ। ਇਹਦੇ ਉੱਤੇ ਮਮਤਾ ਬੈਨਰਜੀ ਨੇ ਸਵਾਲ ਕੀਤਾ ਸੀ ਵੀ ਤੁਹਾਨੂੰ ਕਿਵੇਂ ਪਤਾ 30 ਦੇ ਵਿੱਚੋਂ 26 ਅਸੀਂ ਜਿੱਤ ਲੈਣੀਆਂ? ਜੇਕਰ ਤੁਹਾਨੂੰ ਪਤਾ ਤੇ ਫਿਰ ਬਾਕੀ 4 ਵੀ ਤੁਸੀਂ ਆਪਦੀ ਝੋਲੀ 'ਚ ਪਾ ਲਓ, 4 ਤੁਸੀਂ ਕਿਹਦੇ ਲਈ ਛੱਡਦੇ ਹੋ? ਅਸੀਂ ਤਾਂ ਵੈਸੇ ਹੀ ਆਏ ਹੋਏ ਹਾਂ, ਅਸੀਂ ਚੋਣਾਂ ਥੋੜ੍ਹੀ ਲੜਦੇ ਹਾਂ, ਅਸੀਂ ਕੋਈ ਜਿੱਤਣ ਥੋੜ੍ਹੀ ਆਏ ਹਾਂ, ਅਸੀਂ ਤਾਂ ਤੁਹਾਨੂੰ ਜਿਤਾਉਣ ਹੀ ਆਏ ਹਾਂ। ਤੁਹਾਡੇ ਕਹਿਣ ਦਾ ਮਤਲਬ ਤਾਂ ਇਹ ਹੈ। ਸੋ ਗੱਲ ਇਹ ਅਸਲ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਮੁੱਦਿਆਂ ਤੋਂ ਬਿਨਾਂ ਹਰ ਗੱਲ ਹੋ ਰਹੀ ਹੈ। ਵਿਕਾਸ ਦੇ ਮੁੱਦੇ ਤੋਂ ਬਿਨਾਂ, ਕੰਮ ਦੇ ਮੁੱਦੇ ਤੋਂ ਬਿਨਾਂ ਹਰ ਗੱਲ ਹੋ ਰਹੀ ਹੈ। ਕਿਸੇ ਨੂੰ ਇਹ ਲੱਗਦਾ ਕਿ ਮਮਤਾ ਬੈਨਰਜੀ ਨੂੰ ਲੱਤ ਨੰਗੀ ਕਰਕੇ ਰਹਿਣਾ ਚਾਹੀਦਾ, ਇਹਨੂੰ ਸਾੜੀ ਨਹੀਂ ਬੰਨ੍ਹਣੀ ਆਉਂਦੀ। ਕੋਈ ਕਿਸੇ ਬਾਰੇ ਗਧਾ ਕਹਿ ਰਿਹਾ, ਕੋਈ ਕਿਸੇ ਬਾਰੇ ਕੁਛ ਬੋਲ ਰਿਹਾ, ਕੋਈ ਕਿਸੇ ਤਰ੍ਹਾਂ ਦੀ ਯਬਲੀ ਮਾਰ ਰਿਹਾ। ਉੱਥੇ ਇਸ ਵਕਤ ਯਬਲੀ ਪ੍ਰਧਾਨ ਕੰਮ ਚੱਲ ਰਿਹਾ। ਲੋਕ ਵੀ ਉਹੋ ਜਿਹੇ ਆ, ਲੋਕ ਸੁਣ ਰਹੇ ਆ, ਤਾੜੀਆਂ ਮਾਰ ਰਹੇ ਆ, ਮਹਿੰਗਾਈ ਦੀ ਚੱਕੀ 'ਚ ਵੀ ਪਿਸ ਰਹੇ ਆ, ਸਾਰਾ ਕੁਝ ਹੀ ਕਰ ਰਹੇ ਆ। ਪਰ 2 ਮਈ ਨੂੰ ਨਤੀਜਾ ਕੀ ਨਿਕਲਦਾ ਇਹ ਵਕਤ ਬਿਆਨ ਕਰੂਗਾ। ਕਿਸਾਨ ਆਗੂਆਂ ਨੇ ਗੱਲ ਕਹੀ ਹੈ, ਪਿਛਲੇ ਦਿਨੀ ਰਾਜੇਵਾਲ ਹੋਰਾਂ ਨੇ ਵੀ ਗੱਲ ਕਹੀ, ਉਗਰਾਹਾਂ ਨੇ ਵੀ, ਰੁਲਦੂ ਸਿੰਘ ਮਾਨਸਾ ਨੇ ਵੀ, ਡਾਕਟਰ ਦਰਸ਼ਨਪਾਲ ਨੇ ਵੀ। ਉਹਨਾਂ ਨੇ ਕਿਹਾ ਜੀ ਕਿ ਅਸੀਂ ਪੱਛਮੀ ਬੰਗਾਲ ਦੇ ਵਿੱਚ ਜਾ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਕੀਤਾ, ਲੋਕਾਂ ਨੂੰ ਜਾਗਰੂਕ ਕੀਤਾ ਵੀ ਭਾਈ ਬੀਜੇਪੀ ਤੁਹਾਨੂੰ ਕਿਵੇਂ ਲੁੱਟ ਕੇ ਖਾ ਗਈ, ਕਿਵੇਂ ਤੁਹਾਡੇ ਹੱਕਾਂ ਦੇ ਉੱਤੇ ਡਾਕਾ ਵੱਜ ਗਿਆ, ਕਿਵੇਂ ਇਹਨੇ ਲੋਕਤੰਤਰ ਨੂੰ ਖਤਰਾ ਪੈਦਾ ਕੀਤਾ। ਪਰ ਜੇਕਰ EVM ਦੇ ਵਿੱਚ ਗੜਬੜੀ ਨਾ ਹੋਈ ਤਾਂ ਫਿਰ ਤਾਂ ਬੀਜੇਪੀ ਹਾਰੂ ਹੀ ਹਾਰੂ, ਇਹਨੂੰ ਜਿਤਾਉਣ ਵਾਲਾ ਕੋਈ ਨਹੀਂ ਜੰਮਿਆ। ਤੇ ਜੇਕਰ EVM ਦੇ ਵਿੱਚ ਗੜਬੜੀ ਹੋ ਗਈ ਤਾਂ ਫਿਰ ਬੀਜੇਪੀ ਨੂੰ ਹਰਾਉਣ ਵਾਲਾ ਕੋਈ ਨਹੀਂ ਜੰਮਿਆ। ਫਿਰ ਬੀਜੇਪੀ ਜਿੱਤੂ ਹੀ ਜਿੱਤੂ ਤੇ ਪੂਰੇ ਭਾਰਤ ਦੇ ਵਿੱਚ ਲਗਾਤਾਰ ਜਿੱਤੂ। ਤੇ ਫਿਰ ਇਹਨਾਂ ਦੇ ਹੱਥ ਦੇ ਵਿੱਚ ਇੱਕ ਇਹੋ ਜਿਹਾ ਅਲਾਦੀਨ ਦਾ ਚਿਰਾਗ ਹੁਣ ਆਇਆ ਹੀ ਹੋਇਆ ਜਿਹਨੇ ਇਹਨਾਂ ਨੂੰ ਕਦੇ ਹਾਰ ਨਹੀਂ ਦੇਣਾ। ਸੋ ਗੱਲ EVM ਦੇ ਉੱਤੇ ਟਿਕੀ ਹੋਈ ਹੈ। ਮੈਂ ਹੈਰਾਨ ਰਹਿ ਗਿਆ ਪਿਛਲੇ ਦਿਨੀ ਅਸਾਮ ਦੇ ਵਿੱਚ ਇੱਕ ਥਾਂ ਦੇ ਉੱਤੇ ਚਿੱਟੇ ਰੰਗ ਦੀ ਬਲੈਰੋ ਗੱਡੀ ਦੇ ਵਿੱਚੋਂ, ਨਿੱਜੀ ਗੱਡੀ ਦੇ ਵਿੱਚੋਂ EVM ਫੜੀ ਜਾਂਦੀ ਹੈ। ਤੇ ਉਹਦੇ ਬਾਰੇ ਜਦੋਂ ਪੜਤਾਲ ਹੁੰਦੀ ਪਤਾ ਇਹ ਲੱਗਦਾ ਕਿ ਬੀਜੇਪੀ ਦੇ ਇੱਕ ਉਮੀਦਵਾਰ ਦੀ ਇਹ ਗੱਡੀ ਆ, ਉਹਦੇ ਨਾਂ ਦੇ ਉੱਤੇ ਰਜਿਸਟਰਡ ਆ ਤੇ ਉਹਦੀ ਗੱਡੀ ਦੇ ਵਿੱਚੋਂ ਇਹ EVM ਮਿਲੀ ਹੈ। ਬਾਅਦ ਦੇ ਵਿੱਚ ਉਹੀ ਨਾਟਕੀ ਗੱਲ, ਉਹੀ ਸਾਰੀਆਂ ਗੱਲਾਂ। ਕਹਿੰਦੇ ਜੀ ਅਸਲ ਦੇ ਵਿੱਚ ਸਰਕਾਰੀ ਗੱਡੀ ਦੇ ਵਿੱਚ ਲੈ ਕੇ EVM ਜਾ ਰਹੇ ਸੀ, ਰਾਹ ਦੇ ਵਿੱਚ ਗੱਡੀ ਖਰਾਬ ਹੋ ਗਈ, ਇੱਕ ਗੱਡੀ ਨੂੰ ਹੱਥ ਦੇ ਕੇ ਰੋਕਿਆ, ਨਿੱਜੀ ਗੱਡੀ ਨੂੰ। ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਜੀ ਇਹ ਤਾਂ ਬੀਜੇਪੀ ਦੇ ਉਮੀਦਵਾਰ ਦੀ ਗੱਡੀ ਹੈ। ਸੋ ਇੱਦਾਂ ਦਾ ਕੁਝ ਚੱਲ ਰਿਹਾ। ਪੱਛਮੀ ਬੰਗਾਲ ਦੇ ਵਿੱਚ ਚੰਗਿਆਂ ਨੂੰ ਚੰਗੇ ਚੁਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪੱਛਮੀ ਬੰਗਾਲ ਦਾ ਵੀ ਵਿਕਾਸ ਹੋਵੇ, ਕਿਸਾਨਾਂ ਦਾ ਵੀ ਉੱਥੇ ਕਲਿਆਣ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਸਿਰ ਧੜ ਦੀ ਬਾਜ਼ੀ ਉੱਥੇ ਲੱਗੀ ਹੋਈ ਹੈ। ਗੱਲ ਜਿਹੜੀ ਮੈਂ ਹੁਣ ਕਰਨ ਲੱਗਿਆ ਇਹ ਕਿਸੇ ਨੂੰ ਹੋ ਸਕਦਾ ਚੁਭੇ, ਇਹ ਕੌੜੀ ਲੱਗੇ, ਪਰ ਇਹ ਗੱਲ ਸੱਚੀ ਹੈ ਕਿ ਸਾਡੇ ਪੰਜਾਬੀਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਉਹ ਆ ਵੀ ਜਿਹੜੇ ਮੁਫਤ ਦੇ ਵਿੱਚ ਜ਼ਹਿਰ ਵੀ ਨਹੀਂ ਛੱਡਦੇ। ਸਾਨੂੰ ਜ਼ਹਿਰ ਮੁਫਤ ਦੇ ਵਿੱਚ ਮਿਲਦੀ ਹੋਵੇ ਅਸੀਂ ਉਹ ਵੀ ਖਾ ਪੀ ਜਾਈਏ। ਸਾਨੂੰ ਇਸ ਗੱਲ ਦਾ ਡਰ ਨਹੀਂ ਹੋਣਾ ਕਿ ਅਸੀਂ ਮਰ ਜਾਵਾਂਗੇ, ਇਹ ਸਾਡੇ ਲਈ ਖਤਰਨਾਕ ਹੋਊਗੀ, ਸਾਡੇ ਪਰਿਵਾਰ ਦੇ ਵਿੱਚ ਸੋਗ ਪਸਰ ਜਾਣਾ। ਬਸ ਮੁਫਤ ਦੇ ਵਿੱਚ ਚੀਜ਼ ਹੋਣੀ ਚਾਹੀਦੀ ਹੈ ਤੇ ਭਾਵੇਂ ਸਾਨੂੰ ਕੋਈ ਕਿਤੇ ਵੀ ਲੈ ਜੇ। ਪੰਜਾਬ ਦੇ ਵਿੱਚ ਸਮੇਂ ਦੇ ਉੱਤੇ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਨੂੰ ਚਾਟ ਦੇ ਉੱਤੇ ਲਾਇਆ, ਚਾਟੇ ਲਾਇਆ। ਉਹਨਾਂ ਨੇ ਕਹਿਤਾ ਵੀ ਅਸੀਂ ਆਹ ਚੀਜ਼ ਮੁਫਤ ਦੇਵਾਂਗੇ, ਅਸੀਂ ਆਹ ਚੀਜ਼ ਮੁਫਤ ਦੇਵਾਂਗੇ, ਕਿਉਂਕਿ ਕਿਰਤ ਕਰਨ ਤੋਂ ਸਾਡੇ ਵਿੱਚੋਂ ਵੀ ਕਈ ਲੋਕ ਭੱਜਦੇ ਆ। ਮੁਫਤ ਦੇ ਵਿੱਚ ਘਰ ਦੇ ਵਿੱਚ ਬੈਠਿਆਂ ਨੂੰ ਸਾਰੀ ਚੀਜ਼ ਮਿਲਦੀ ਹੋਵੇ, ਕੰਮ ਕਰਨ ਦੀ ਲੋੜ ਵੀ ਕੀ ਹੈ? ਤੇ ਸਰਕਾਰਾਂ ਇਹਨਾਂ ਲੋਕਾਂ ਨੂੰ ਇਸੇ ਤਰੀਕੇ ਨਾਲ ਦਿਮਾਗੀ ਤੌਰ ਦੇ ਉੱਤੇ ਅਪੰਗ ਕਰਕੇ ਰੱਖਦੀਆਂ। ਉਹ ਘਰ ਬੈਠਿਆਂ ਨੂੰ ਚੀਜ਼ਾਂ ਦੇਈ ਜਾਂਦੀਆਂ ਤੇ ਅਸੀਂ ਇਹ ਸੋਚਦੇ ਵੀ ਸਾਡਾ ਇਹ ਅਧਿਕਾਰ ਹੈ। ਜਿਹੜੀ ਖੈਰਾਤ ਆ ਉਹਨੂੰ ਅਸੀਂ ਅਧਿਕਾਰ ਸਮਝ ਬੈਠੇ ਆ, ਜਿਹੜੇ ਸਾਡੇ ਅਧਿਕਾਰ ਆ ਉਹ ਅਸਲ ਦੇ ਵਿੱਚ ਹੱਥੋਂ ਨਿਕਲ ਗਏ ਆ, ਖੁੱਸ ਗਏ ਆ ਤੇ ਉਹਦੇ ਬਾਰੇ ਸਾਨੂੰ ਜਾਣਕਾਰੀ ਹੈ ਨਹੀਂ। ਹੁਣ ਪਿਛਲੇ ਦਿਨੀ ਪੰਜਾਬ ਦੀ ਸਰਕਾਰ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਵੀ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਭੈਣਾਂ ਜਿਹੜੀਆਂ, ਬੀਬੀਆਂ ਜਿਹੜੀਆਂ ਉਹ ਮੁਫਤ ਸਫ਼ਰ ਕਰ ਸਕਣਗੀਆਂ ਤੇ ਮੁਫਤ ਸਫ਼ਰ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਰ ਜਿਹੜੀਆਂ ਵੀਡੀਓ ਆਉਂਦੀਆਂ ਉਹ ਚਿੰਤਾਜਨਕ ਮਾਹੌਲ ਪੈਦਾ ਕਰਦੀਆਂ। ਇਹ ਜਿਹੜੀਆਂ ਬੀਬੀਆਂ ਨੇ ਉਹਨਾਂ ਦੇ ਵਿੱਚੋਂ ਕਈ, ਸਾਰੀਆਂ ਦੀ ਮੈਂ ਗੱਲ ਨਹੀਂ ਕਰਦਾ, ਸਾਰੇ ਲੋਕ ਕਿਤੇ ਵੀ ਇੱਕੋ ਜਿਹੇ ਨਹੀਂ ਹੁੰਦੇ, ਵੱਖੋ ਵੱਖਰੀ ਸੋਚ ਵਾਲੇ ਹੁੰਦੇ ਆ, ਵੱਖੋ ਵੱਖਰੀਆਂ ਆਦਤਾਂ ਵਾਲੇ ਹੁੰਦੇ ਆ। ਪਰ ਜਿਹੜੀਆਂ ਅਸੀਂ ਵੀਡੀਓ ਦੇਖੀਆਂ ਉਹਦੇ ਵਿੱਚ ਇੱਕ ਔਰਤ ਜਿਹੜੀ ਕਿ ਕਾਲੇ ਕਦਮੀ ਬੱਸ ਦੇ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੀ ਹੈ, ਉਹ ਟਾਇਰ ਦੇ ਥੱਲੇ ਆਉਣੋਂ ਬੜੀ ਮੁਸ਼ਕਿਲ ਨਾਲ ਬਚੀ ਹੈ। ਦੋਸ਼ ਭਾਵੇਂ ਉਹਨੇ ਇਹ ਲਾਏ ਆ ਵੀ ਡਰਾਈਵਰ ਬੱਸਾਂ ਨਹੀਂ ਰੋਕਦੇ, ਪਰ ਉਹਨੇ ਆਪ ਵੀ ਕਾਹਲੀ ਕੀਤੀ ਹੈ ਤੇ ਉਹਦੀ ਜ਼ਿੰਦਗੀ ਖਤਮ ਹੋ ਸਕਦੀ ਸੀ। ਇਸੇ ਤਰੀਕੇ ਨਾਲ ਕੱਲ੍ਹ ਮੈਂ ਇੱਕ ਵੀਡੀਓ ਦੇਖੀ, ਉਹਦੇ ਵਿੱਚ ਗੁੱਥਮ ਗੁੱਥਾ ਹੋ ਰਹੀਆਂ ਔਰਤਾਂ ਬੱਸ ਦੇ ਵਿੱਚ ਚੜ੍ਹਨ ਦੇ ਲਈ ਤੇ ਚੁੰਨੀਆਂ ਪਾਟ ਰਹੀਆਂ। ਆਪਾਂ ਹੁਣ ਤੱਕ ਚੁੰਨੀ ਦਾ ਸਤਿਕਾਰ ਕੀਤਾ, ਕਰਨਾ ਵੀ ਚਾਹੀਦਾ। ਚੁੰਨੀਆਂ ਜਿਹੜੀਆਂ ਉਹ ਸਿਰ ਦੇ ਉੱਤੇ ਹੀ ਟਿਕੀਆਂ ਰਹਿਣ, ਚੰਗਾ ਲੱਗਦਾ, ਪਰ ਅਸੀਂ ਚੁੰਨੀਆਂ ਪਾੜ ਰਹੇ ਹਾਂ। ਅਸੀਂ ਉਹ ਲੋਕਾਂ, ਅਸੀਂ ਉਹ ਪੰਜਾਬੀ ਹਾਂ ਜਿਨ੍ਹਾਂ ਦੇ ਵਿੱਚੋਂ ਕਈ ਜਣੇ ਰੈਲੀਆਂ ਦੇ ਮੌਕੇ ਪੱਗੋ ਹੱਥੀ ਹੋ ਜਾਂਦੇ ਸਿਰਫ ਸਮੋਸਿਆਂ ਦੀ ਖਾਤਰ। ਰੈਲੀਆਂ ਦੇ ਵਿੱਚ ਕਚੋਰੀਆਂ ਦੀ ਖਾਤਰ ਛਿੱਤਰ-ਪੋਲਾ ਖੜਕਦਾ, ਅਸੀਂ ਜੁੰਡੋ ਜੁੰਡੀ ਹੋਣ ਲੱਗੇ 1 ਮਿੰਟ ਲਾਉਂਦੇ ਹਾਂ। ਅਸੀਂ ਫਿਰ ਵੀ ਇਹ ਗੱਲ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਬਦਲ ਆਊਗਾ, ਕੋਈ ਕ੍ਰਾਂਤੀ ਨਵੀਂ ਆਊਗੀ। ਜੇਕਰ ਅਸੀਂ ਆਪਦੇ ਅੰਦਰ ਨਹੀਂ ਕ੍ਰਾਂਤੀ ਲੈ ਕੇ ਆਉਂਦੇ ਤਾਂ ਬਾਹਰ ਕਿਹੜੀ ਕਿਸਮ ਦੀ ਕ੍ਰਾਂਤੀ ਆਊਗੀ, ਇਹ ਸੋਚਣਾ ਚਾਹੀਦਾ। ਪਰ ਹੋਰ ਕੀ ਕੁਝ ਚੱਲ ਰਿਹਾ ਇਸ ਵਕਤ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ, ਪਹਿਲਾਂ ਇਹਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਪੰਜਾਬ ਸਰਕਾਰ ਦੇ ਵੱਲੋਂ 1 ਅਪ੍ਰੈਲ ਤੋਂ ਬੀਬੀਆਂ ਦੇ ਲਈ ਰੋਡਵੇਜ਼ ਬੱਸਾਂ ਦਾ ਕਿਰਾਇਆ ਮਾਫ ਕਰ ਦਿੱਤਾ ਗਿਆ ਤੇ ਹੁਣ ਸਵਾਰੀਆਂ ਵੀ ਸਰਕਾਰ ਦੀ ਇਸ ਸਕੀਮ ਦਾ ਭਰਪੂਰ ਫਾਇਦਾ ਲੈ ਰਹੀਆਂ ਨੇ, ਜਿਸ ਕਰਕੇ ਪੱਟੀ ਡਿਪੂ ਦੀ ਬੱਸ ਪੱਟੀ ਬੱਸ ਅੱਡੇ ਤੋਂ ਫੁੱਲ ਹੋ ਕੇ ਵੱਖ-ਵੱਖ ਰੂਟਾਂ ਦੇ ਉੱਤੇ ਜਾ ਰਹੀ ਹੈ। ਅੱਜ ਸਵਾਰੀਆਂ ਦੀ ਜਾਨ ਉਸ ਵਕਤ ਬਚੀ ਜਦੋਂ ਪੱਟੀ ਡਿਪੂ ਦੀ ਬੱਸ ਨੰਬਰ PB 46M9981 ਜੋ ਪੱਟੀ ਤੋਂ ਅੰਮ੍ਰਿਤਸਰ ਦੇ ਲਈ ਸਵੇਰੇ 8:10 ਤੇ ਨਿਕਲੀ ਤੇ ਰਾਹ ਦੇ ਵਿੱਚ ਜੰਡੋਕੇ ਤੋਂ ਥੋੜੀ ਦੂਰ ਪਹੁੰਚਣ ਦੇ ਉੱਤੇ ਰੋਡਵੇਜ਼ ਬੱਸ ਓਵਰਲੋਡ ਹੋਣ ਕਰਕੇ ਅਗਲੇ ਪਾਸੇ ਡਰਾਈਵਰ ਸਾਈਡ ਵਾਲਾ ਟਾਇਰ ਫਟ ਗਿਆ। ਬੱਸ ਦੀ ਸਪੀਡ ਹੌਲੀ ਹੋਣ ਕਰਕੇ 90 ਸਵਾਰੀਆਂ ਦੀ ਜਾਨ ਬਚ ਗਈ। ਡਰਾਈਵਰ ਨੇ ਬੜੀ ਹੁਸ਼ਿਆਰੀ ਦੇ ਨਾਲ ਬੱਸ ਪਲਟਣ ਤੋਂ ਬਚਾਈ ਹੈ। ਤੇ ਹੁਣ ਵੱਖ-ਵੱਖ ਬੱਸ ਦੇ ਕੰਡਕਟਰਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਬੀਬੀਆਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਉਡੀਕ ਕੀਤੀ ਜਾਂਦੀ ਹੈ ਸਰਕਾਰੀ ਬੱਸਾਂ ਦੀ, ਉਹਦੇ ਉੱਤੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਆਪਣੀ ਜ਼ਿੰਦਗੀ ਨੂੰ ਵੀ ਬਚਾਉਣਾ ਚਾਹੀਦਾ ਕਿਉਂਕਿ 52 ਸੀਟਾਂ ਹੁੰਦੀਆਂ ਨੇ ਤੇ ਜੇਕਰ 90 ਲੋਕ ਬੱਸਾਂ ਵਿੱਚ ਚੜ੍ਹਨਗੇ ਤੇ ਇਹ ਗੱਲ ਕਹਿਣਗੇ ਕਿ ਕੈਪਟਨ ਸਾਹਿਬ ਨੇ ਸਾਨੂੰ ਆਖਿਆ, ਤਾਂ ਫਿਰ ਜ਼ਿੰਦਗੀ ਜ਼ੋਖਮ ਦੇ ਵਿੱਚ ਪੈਣੀ ਕੁਦਰਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸਾਨੂੰ ਇਸ ਵਕਤ ਮੁਫਤ ਦੀ ਹਰ ਚੀਜ਼ ਲਪਕਣ ਦੀ ਆਦਤ ਛੱਡਣੀ ਚਾਹੀਦੀ ਹੈ। ਇਹ ਸਾਡੇ ਵਿੱਚੋਂ ਕੱਢਣਾ ਸਰਕਾਰਾਂ ਨੇ ਕੋਈ ਆਪਦੇ ਕੋਲੋਂ ਨਹੀਂ ਦੇਣਾ। ਕੋਈ ਨਾ ਤਾਂ ਕੈਪਟਨ ਸਾਹਿਬ ਦੇ ਘਰ ਦੇ ਵਿੱਚੋਂ ਪੈਸੇ ਜਾਣੇ ਆ ਤੇ ਨਾ ਹੀ ਕਿਸੇ ਹੋਰ ਦੇ ਘਰ ਦੇ ਵਿੱਚ ਜਾਣੇ ਆ, ਸਾਡੇ ਘਰਾਂ ਦੇ ਵਿੱਚੋਂ ਸਾਡੀਆਂ ਜੇਬਾਂ ਦੇ ਵਿੱਚੋਂ ਜਾਣੇ ਆ। ਇੱਧਰ ਮੁਫਤ ਸਫ਼ਰ ਕਰ ਲਾਂਗੇ, ਇੱਕ ਚੀਜ਼ ਦੀ ਕੀਮਤ ਵਧਾ ਦੇਣਗੇ, ਫਿਰ ਸਾਡੇ ਘਰ 'ਚੋਂ ਹੀ ਪੈਸੇ ਜਾਣੇ ਆ। ਪਰ ਅਸੀਂ ਮੁਫਤ ਦੀ ਸਹੂਲਤ ਦਾ ਆਨੰਦ ਤਾਂ ਮਾਣੀਏ, ਪਰ ਆਪਦੀ ਜ਼ਿੰਦਗੀ ਦੀ ਕੀਮਤ ਨੂੰ ਵੀ ਜਾਣੀਏ। ਜਦੋਂ ਸਾਡੀ ਵੀਡੀਓ ਬਣ ਜਾਂਦੀ ਹੈ, ਬਦਨਾਮੀ ਵੀ ਸਾਡੀ ਕਰੋੜਾਂ ਅਰਬਾਂ ਰੁਪਈਏ ਦੀ ਹੁੰਦੀ ਜੇਕਰ ਅਸੀਂ ਮਹਿਸੂਸ ਕਰੀਏ ਤਾਂ। ਸੋ ਭੈਣਾਂ ਨੂੰ ਬੇਨਤੀ ਇਹ ਆ ਵੀ ਤੁਹਾਡੇ ਉੱਤੇ ਮਾਣ ਬਹੁਤ ਆ, ਤੁਸੀਂ ਆਪਦੇ ਟੱਬਰ ਦੇ ਲਈ ਬਹੁਤ ਅਹਿਮੀਅਤ ਰੱਖਦੇ ਹੋ। ਹਰ ਬੰਦਾ ਆਪਣੇ ਟੱਬਰ ਦੇ ਲਈ ਬਹੁਤ ਕੀਮਤ ਰੱਖਦਾ, ਬਹੁਤ ਮੁੱਲਵਾਨ ਹੁੰਦਾ। ਇਹ ਜਿਹੜੀਆਂ ਸਰਕਾਰਾਂ ਨੇ ਪਤਾ ਨਹੀਂ ਇਹਨਾਂ ਨੇ ਰੋਡਵੇਜ਼ ਨੂੰ ਬਚਾਉਣਾ ਕਿ ਨਹੀਂ, ਪਰ ਤੁਹਾਡੀ ਜ਼ਿੰਦਗੀ ਬਚਣੀ ਬਹੁਤ ਜ਼ਰੂਰੀ ਹੈ। ਇਸ ਕਰਕੇ ਸਫ਼ਰ ਕਰੋ, ਪਰ ਨਾ ਤਾਂ ਗੁੱਥਮ ਗੁੱਥਾ ਹੋਣ ਦੀ ਲੋੜ ਹੈ ਤੇ ਨਾ ਹੀ ਧੱਕੇ ਦੇ ਨਾਲ ਸਫ਼ਰ ਕਰਨ ਦੀ ਲੋੜ ਹੈ ਤੇ ਨਾ ਹੀ ਕਿਸੇ ਦੇ ਨਾਲ ਲੜਾਈ ਝਗੜਾ ਕਰਨ ਦੀ ਲੋੜ ਹੈ ਤੇ ਨਾ ਹੀ ਕਾਹਲੇ ਕਦਮੀ ਬੱਸ ਦੇ ਵਿੱਚ ਚੜ੍ਹਨ ਦੇ ਕਰਕੇ ਵੀ ਤੁਸੀਂ ਆਪਦੀ ਜ਼ਿੰਦਗੀ ਨੂੰ ਜ਼ੋਖਮ ਦੇ ਵਿੱਚ ਪਾ ਲਓ, ਇੱਦਾਂ ਦਾ ਪੰਗਾ ਲੈਣ ਦੀ ਲੋੜ ਹੈ। ਸਫ਼ਰ ਕਰੀਏ ਪਰ ਆਪਣੀ ਜ਼ਿੰਦਗੀ ਦੇ ਸਫ਼ਰ ਦਾ ਵੀ ਖਿਆਲ ਰੱਖੀਏ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੋਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।